ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਅੱਜ ਵਿਚਾਰ ਸ਼ੁਰੂ ਕਰਾਂਗੇ ਰਾਮਕਲੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ। ਰਾਮਕਲੀ ਬਾਣੀ ਭਗਤਾਂ ਕੀ, ਭਗਤਾਂ ਦੀ ਬਾਣੀ ਦੀ ਆਪਾਂ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਬਾਣੀ ਆਉਂਦੀ ਹੈ ਭਗਤਾਂ ਦੇ ਵਿੱਚ ਕਬੀਰ ਜੀ ਦੀ। ਭਗਤ ਬਾਬਾ ਕਬੀਰ ਜੀ, ਕਬੀਰ ਜੀਓ, ਬਾਬਾ ਕਬੀਰ ਜੀ ਦੀ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਾਣੀ ਕਿਸੇ ਦੀ ਵੀ ਹੈ, ਚਾਹੇ ਭਗਤਾਂ ਦੀ ਹੈ, ਗੁਰਸਿੱਖਾਂ ਦੀ ਹੈ, ਗੁਰੂ ਸਾਹਿਬਾਨਾਂ ਦੀ ਹੈ। ਸਾਰੀ ਬਾਣੀ ਸਤਿਗੁਰ ਦੀ ਕਿਰਪਾ ਸਦਕਾ ਇੱਕ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦਾ ਗਿਆਨ ਹੈ, ਉਸ ਦੀ ਸਿਫਤ ਸਲਾਹ ਹੈ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ, ਜਾ ਕੋ ਜਪ ਤਪ ਦਿਓ ਦਲਾਲੀ ਰੇ। ਵੀ ਹੈ ਕੋਈ ਐਸਾ ਸੰਤ ਜਨ, ਕੋਈ ਹੈ ਰੇ ਸੰਤ, कैसा संत, सहज सुख अंतर, जिहदे अंतर सहज है, जां जिहड़ा सहज दे विच जिसदा वासा है, अंतर जिथे सुख है। जाको जप तप दिओ दलाली रे। कहंदे उसनूं असीं दलाली देईए। दलाली देना हुंदा है कि उसनूं कुछ सौंप देईए। जप तप दिओ कि सानू जप तप दे देवे, उहदे वट्टे असीं उसनूं कोई कीमत देईए। कीमत की हुंदी है? जिहे जी किसी चीज़ की कीमत है, वो कीमत आपां देंदे हां। हुण जिहड़ा इह मार्ग है, इस मार्ग ते देना की हुंदा है? मन। ते उन्हां ने सानू ज्ञान देना हुंदा सहज दा, ते असीं अपना मन सौंपना हुंदा है। तो फिर साडा ते मालक दे विच जिहड़ा है समझाउंदे ने, साडा उस मालक दे नाल मिलाप करवाउंदे हन। विच विचोला कह लईए। दलाल वैसे हुंदा है कोई संसारी वस्तां, कोई सौदे करवाउंदा है। इस मार्ग ते आपां विचोला कह सकते हाँ। दलाल भी है जिथे कोई भी मतलब संसारी वस्तां नहीं आउंदियां, कोई धन दौलत माया ऐसी नहीं आउंदी। सिर्फ जिहड़ा है जप तप दी गल है जिथे। एक बूंद पर तन मन देवूं। कहंदे एक बूंद मैनू अमृत दी मिल जावे। अमृत की है? गुर शब्द। जो मद दे कलाली रे। कहंदे ये कला, ये जिहड़ा है नशा अमृत दा मन नू पिला देवे, काया दे विच उस अमृत दा ज्ञान दे देवे। कहंदे उस नू अपना तन मन देवो। दलाली क्या देवो? तन मन। एक बूंद पर तन मन देवो। कहंदे एक बूंद दे वट्टे, एक ज्ञान दे वट्टे, एक जुग दे वट्टे तन मन दे दूंगा। पर कोई ऐसा होवे दलाली वाला विच कोई संत, पर होवे ऐसा जिहड़ा सहज दे विच अंतर, जिहड़ा खुद सुख नू मानदा है, उस आनंद नू मानदा है।
ਉਹ ਕਹਿੰਦੇ ਫਿਰ ਉਸ ਨੂੰ ਅਸੀਂ ਆਪਣਾ ਤਨ ਮਨ ਸਮਝ। ਇਹ ਰਹੋ ਪੰਕਤੀਆਂ ਹਨ। ਹੁਣ ਫਿਰ ਦੱਸਦੇ ਨੇ ਅੱਗੇ, ਜਿਹੜਾ ਫਿਰ ਗਿਆਨ ਦਿੰਦਾ ਹੈ ਉਹ ਸਮਝਾਉਂਦਾ ਹੈ ਵੀ ਕਿਵੇਂ ਆਪਾਂ ਇਹ ਆਪਣੇ ਇਸ ਰਸ ਨੂੰ ਆਪਾਂ ਤਿਆਰ ਕਰਨਾ ਹੈ, ਜੋ ਇਹ ਮਨ ਦੇ ਵਾਸਤੇ ਮਦ ਹੈ, ਨਸ਼ਾ ਹੈ। ਉਦਾਹਰਨ ਦਿੰਦੇ ਨੇ ਸੰਸਾਰ ਦੀ। ਕਾਇਆ ਕਲਾਲਨ ਲਾਹਣ ਮੇਲੋ। ਸ਼ਰਾਬ ਕੱਢਿਆ ਕਰਦੇ ਸੀ ਗੁੜ ਦੀ, ਲੋਕ ਘਰਾਂ ਦੇ ਵਿੱਚ ਸ਼ਰਾਬ ਕੱਢਦੇ ਸੀ ਪਹਿਲੇ ਜ਼ਮਾਨਿਆਂ ਦੇ ਵਿੱਚ। ਇੱਕ ਮੱਟੀ ਹੁੰਦੀ ਸੀ, ਉਸ ਮੱਟੀ ਦੇ ਵਿੱਚ, ਉਸ ਮੱਟੀ ਕਿਸ ਨੂੰ ਬਣਾ ਲੈਣਾ? ਆਪਣੀ ਕਾਇਆ ਨੂੰ। ਕਾਇਆ ਆਪਣੀ ਜੜੀ ਹੈ, ਦੋ ਤਰ੍ਹਾਂ ਦੀ ਕਾਇਆ ਹੈ, ਇੱਕ 9 ਦਰਾਂ ਦੀ ਕਾਇਆ, ਇੱਕ ਜਿਹੜਾ 10ਵਾਂ ਦੁਆਰ ਹੈ। ਉੱਥੇ ਪੱਠੀ ਤੇ ਉੱਥੇ ਮੱਟੀ ਬਣਾ ਲੈਣੀ ਹੈ, ਜਿਸ ਦੇ ਵਿੱਚ ਲਾਹਣ ਹੁੰਦਾ ਹੈ। ਜਿਹੜਾ ਸਮਾਨ ਜਿਹਦੇ ਵਿੱਚੋਂ ਆਪਾਂ ਕੱਢਦੇ ਸੀ ਉਹਦੇ ਵਿੱਚ ਬਹੁਤ ਕੁਛ ਪਾ ਦਿੰਦੇ ਸੀ, ਗੁੜ ਪਾ ਦਿੰਦੇ ਸੀ, ਪਾਣੀ ਪਾ ਦੇਣਾ ਵਿੱਚ ਹੋਰ ਬਹੁਤ ਸਾਰੀਆਂ ਐਸੀਆਂ ਵਸਤਾਂ ਪਾ ਦੇਣੀਆਂ ਜਿਹਦੇ ਦੁਆਰਾ ਉਹ ਉਬਲ ਕੇ ਗਰਮੀ ਦੇ ਨਾਲ, ਜਾਂ ਆਪਾਂ ਕਹਿ ਦਈਏ ਕਿ ਉਹਨੂੰ ਇੱਕ ਸਮਾਂ ਪੈ ਕੇ ਗਲ ਸੜ ਕੇ ਇੱਕ ਉਹ ਲਾਹਣ ਤਿਆਰ ਹੋ ਜਾਂਦਾ। ਉਸ ਲਾਹਣ ਨੂੰ ਫਿਰ ਉਬਾਲ ਕੇ ਉਸ ਦੀ ਜਿਹੜੀ ਭਾਫ਼ ਉੱਡਦੀ, ਉਹਨੂੰ ਗਰਮ ਕੀਤਾ ਜਾਂਦਾ, ਫਿਰ ਉਸ ਦੀ ਭਾਫ਼ ਉੱਡਦੀ, ਫਿਰ ਉਸ ਭਾਫ਼ ਨੂੰ ਠੰਡਾ ਕਰਕੇ ਫਿਰ ਕਿਸੇ ਭਾਂਡੇ 'ਚ ਪਾਇਆ ਜਾਂਦਾ। ਉਸ ਨੂੰ ਸ਼ਰਾਬ ਕਹਿ ਦਿੰਦੇ ਸੀ। ਉਹ ਉਦਾਹਰਨ ਦਿੱਤੀ ਕੱਢਣ ਦੀ ਕਿ ਆਪਾਂ ਅੰਮ੍ਰਿਤ ਕਿਵੇਂ ਆਪਣੇ ਤਿਆਰ ਕਰਨਾ ਹੈ। ਆਪਣੇ ਸਰੀਰ ਨੂੰ, ਜਿਹੜਾ ਇਹਦੇ 'ਚ 10ਵਾਂ ਦੁਆਰ ਹੈ, ਉਸ ਨੂੰ ਇੱਕ ਭਾਂਡਾ ਤਿਆਰ ਕਰ ਲੈਣਾ। ਇੱਕ ਮੱਟੀ ਕਹਿ ਦਿੰਦੇ, ਕਿਉਂਕਿ ਮਿੱਟੀ ਦੇ ਭਾਂਡੇ ਹੋਏ ਕਰਦੇ ਸੀ। ਉਹਦੇ ਵਿੱਚ ਕਿਹੜਾ ਪਾਉਣਾ ਹੈ, ਗੁੜ ਕਿਹੜਾ ਪਾਉਣਾ ਹੈ, ਕਿਵੇਂ ਲਾਹਣ ਤਿਆਰ ਕਰਨਾ ਹੈ। ਗੁਰ ਕਾ ਸ਼ਬਦ ਗੁੜ ਕੀ ਨਰੇ। ਕਹਿੰਦੇ ਗੁੜ ਦੇ ਸ਼ਬਦ ਨੂੰ ਉਹਦੇ 'ਚ ਗੁੜ ਬਣਾ ਕੇ ਪਾ ਲੈਣਾ ਹੈ। ਗੁੜ ਜਿਹੜਾ ਉਹਦੇ 'ਚ ਗੁੜ ਪਾਉਂਦੇ, ਉੱਥੇ ਕੀ ਪਾ ਲੈਣਾ? ਗੁੜ ਦਾ ਸ਼ਬਦ। ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ। ਹੋਰ ਕਹਿੰਦੇ ਗੁੜ ਦੇ ਵਿੱਚ, ਕਿਉਂਕਿ ਗੁੜ ਦੇ ਵਿੱਚ ਬਹੁਤ ਸਾਰੀਆਂ ਹੋਰ ਕੋਈ ਲੌਂਗ, ਇਲਾਇਚੀਆਂ, ਇੱਦਾਂ ਖੁਸ਼ਬੂਦਾਰ ਚੀਜ਼ਾਂ ਇੱਦਾਂ ਪਾ ਲੈਂਦੇ ਸੀ ਵਿੱਚ ਉਹਦੇ ਲਾਹਣ ਤਿਆਰ ਕਰਦੇ। ਕਹਿੰਦੇ ਹੋਰ ਕੀ ਪਾਉਣਾ ਉਹਦੇ ਵਿੱਚ? ਆਪਣੀ ਤ੍ਰਿਸ਼ਨਾ ਨੂੰ, ਕਾਮ ਨੂੰ, ਕ੍ਰੋਧ ਨੂੰ, ਮਦ ਮਤਸਰ ਜੋ ਵੀ ਹੈ ਕੱਟ ਕੱਟ ਕੇ ਸਾਰਾ ਕੁਛ ਹੀ ਉਹਦੇ ਵਿੱਚ ਪਾ ਦੇਣਾ ਹੈ। ਭਵਨ ਚਤਰ 10 ਪਾਠੀ ਕੀਨੀ। 14 ਭਵਨਾਂ ਦੇ ਵਿੱਚ ਹੀ ਸਾਰੇ ਪਾਸੇ ਹੀ ਕਹਿੰਦੇ ਪੱਠੀ ਤਿਆਰ ਕਰ ਲੈਣੀ ਹੈ। ਬ੍ਰਹਮ ਆਗਣ ਤਨ ਜਾਰੀ ਰੇ। ਫਿਰ ਇਹਦੇ ਵਿੱਚ ਬ੍ਰਹਮ ਦੇ ਗਿਆਨ ਦੀ ਅਗਨ ਬਾਲ ਦੇਣੀ ਹੈ। ਜਿਵੇਂ ਉਹ ਭਾਂਡਾ ਤਿਆਰ, ਜਦੋਂ ਲਾਹਣ ਤਿਆਰ ਹੋ ਜਾਂਦਾ, ਫਿਰ ਉਸ ਨੂੰ ਕਿਸੇ ਭਾਂਡੇ 'ਚ ਪਾ ਕੇ ਫਿਰ ਪੱਠੀ ਦੇ ਉੱਤੇ ਥੱਲੇ ਅੱਗ ਬਾਲੀ ਜਾਂਦੀ, ਫਿਰ ਉਹ ਵਾਲੇ ਮਾਰਦਾ, ਉਹਦੀ ਭਾਫ਼ ਉੱਡਦੀ, ਫਿਰ ਭਾਫ਼ ਨੂੰ ਠੰਡਾ ਕਰਕੇ ਜਿਵੇਂ ਸ਼ਰਾਬ ਤਿਆਰ ਕੀਤੀ ਜਾਂਦੀ। ਇੱਥੇ ਇੱਦਾਂ ਜਿਹੜਾ ਹੈ ਬ੍ਰਹਮ ਅਗਨ ਵਿੱਚ ਅੰਦਰ ਪਰ ਮਤਲਬ ਬ੍ਰਹਮ ਦੇ ਗਿਆਨ ਦੀ ਅਗਨ ਬਾਲ ਲੈਣੀ ਹੈ। ਮੁਦਰਾ ਮਦਕ ਸਹਿਜ ਧੁਨ ਲਾਗੀ। ਇੱਦਾਂ ਕਹਿੰਦੇ ਮੁਦਰਾ ਕੀ ਕਰਦੇ ਸੀ? ਫਿਰ ਉੱਪਰ ਇੱਕ ਭਾਂਡੇ 'ਚ ਪਾਣੀ ਪਾ ਕੇ ਰੱਖ ਲੈਂਦੇ ਠੰਡਾ। ਉਹ ਜਦੋਂ ਭਾਫ਼ ਰੁੜ ਕੇ ਉੱਪਰ ਭਾਂਡੇ ਨੂੰ ਲੱਗਦੀ, ਜਿਸ ਦੇ ਵਿੱਚ ਪਾਣੀ ਭਰਿਆ ਹੁੰਦਾ ਸੀ, ਭਾਫ਼ ਨਾਲ ਦੀ ਨਾਲ ਠੰਡੀ ਹੋ ਕੇ ਉਸ ਭਾਂਡੇ ਦੇ, ਉਹ ਭਾਂਡਾ ਜਿਹੜਾ ਸੀ ਉਹ ਜ਼ਿਆਦਾਤਰ ਲੋਹੇ ਦਾ ਰੱਖਦੇ ਸੀ ਜਾਂ ਮਿੱਟੀ ਦਾ ਵੀ, ਲੇਕਿਨ ਉਹ ਲੋਹੇ ਦਾ ਰੱਖਦੇ ਸੀ। ਫਿਰ ਉਹਦੇ ਨਾਲ ਜਿਵੇਂ ਭਾਫ਼ ਨੇ ਲੱਗਣਾ, ਉੱਪਰ ਠੰਡਾ ਪਾਣੀ ਹੋਣਾ, ਉਸਨੇ ਠੰਡੀ ਹੋ ਕੇ ਇੱਕ ਥੱਲੇ ਉਸਦੇ ਚੱਪਣੀ ਰੱਖ ਦਿਆ ਕਰਦੇ ਸੀ, ਬੰਨ੍ਹਦੇ ਕਰਦੇ। ਉਸ ਚੱਪਣੀ ਦੇ ਨੂੰ ਇੱਕ ਛੋਟੀ ਗਲੀ ਹੁੰਦੀ, ਗਲੀ ਦੇ ਵਿੱਚ ਇੱਕ ਨਾਲੀ ਪਾ ਦਿੰਦੇ ਪਲਾਸਟਿਕ ਦੀ, ਜਿਸ ਨਾਲੀ ਦੇ ਵਿੱਚ ਦੀ ਹੋ ਕੇ ਫਿਰ ਉਹ ਤੁਪਕਾ ਉਸ ਚੱਪਣ ਦੇ ਵਿੱਚ ਡਿੱਗੀ ਜਾਂਦਾ।
ਤੇ ਉਹ ਚੱਪਣ ਚੋਂ ਫਿਰ ਨਾਲੀ ਦੁਆਰਾ ਉਹ ਬਾਹਰ ਆ ਜਾਂਦੀ। ਇੱਦਾਂ ਉਹ ਸਮਝਾਉਂਦੇ ਨੇ ਬਈ ਮੁਦਰਾ ਮਦਕ ਸਹਿਜ ਧੁਨ ਲਾਗੀ, ਸੁਖਮਨ ਪੋਚਣ ਹਾਰੀ ਦੇ। ਇੱਦਾਂ ਫਿਰ ਕਹਿੰਦੇ ਉਹ ਸਹਿਜ ਧੁਨ ਜਿਹੜਾ ਗਿਆਨ ਹੈ ਉਹ ਜਦੋਂ ਲਾਉਣੀ ਹੈ, ਵਿੱਚ ਫਿੱਟ ਕਰ ਲੈਣੀ, ਅਤੇ ਉਹ ਜਦੋਂ ਤਰ ਕੇ ਫਿਰ ਬ੍ਰਹਮ ਦੀ ਅਗਨ ਦੁਆਰਾ ਜਿਹੜਾ ਫਿਰ ਗਿਆਨ ਪ੍ਰਗਟ ਹੋਏਗਾ, ਪ੍ਰਕਾਸ਼ ਪ੍ਰਗਟ ਹੋਏਗਾ, ਸੁਖਮਨ ਨਾਰੀ ਜਿਹੜੀ ਹੈ ਸਾਡੀ ਜੋਤ ਪ੍ਰਗਟ ਹੋ ਜਾਏਗੀ। ਕਹਿੰਦੇ ਉਹਦੇ ਦੁਆਰਾ ਫਿਰ ਸਾਨੂੰ ਰਸ ਉਹ ਤਿਆਰ ਹੋ ਜਾਏਗਾ। ਤੀਰਥ ਵਰਤ ਨੇਮ ਸੁਚ ਸੰਜਮ, ਰਬ ਸਸ ਗਹਿਣਾ ਦਿਉਰੇ। ਤੇ ਕਹਿਣੇ ਫਿਰ ਸਭ ਕੁਛ ਛੱਡ ਦੇਣਾ, ਕੀ ਕਰਨਾ ਹੈ? ਰੱਬ ਤੇ ਸੱਸ ਦੋਨਾਂ ਨੇਤਰਾਂ ਨੂੰ ਹੀ ਦੁਆਰਾ ਇਹ ਰਸ ਤਿਆਰ ਹੋ ਜਾਣਾ ਹੈ। ਤੀਰਥ ਵਰਤ ਨੇਮ ਸੁਚ ਸੰਜਮ, ਰੱਬ ਸੱਸ ਗਹਿਣਾ ਦਿਉਰੇ। ਗਹਿਣੇ ਹੁੰਦਾ ਹੈ ਗਿਰਵੀ ਰੱਖ ਦੇਣਾ, ਭਾਵ ਸੌਂਪ ਦੇਣਾ ਸਭ ਕੁਛ, ਤੇ ਰੱਬ ਤੇ ਸੱਸ ਦੁਆਰਾ, ਕਿਉਂਕਿ ਇਹਦੇ ਗਿਆਨ ਜਿਹੜਾ ਪੈਣਾ ਉਹ ਪੈਣਾ ਹੀ ਦ੍ਰਿਸ਼ਟੀ ਦੇ ਵਿੱਚ ਹੈ। ਸੁਰਤ ਪਿਆਲਾ ਸੁਧਾ ਰਸ ਅੰਮ੍ਰਿਤ, ਸੁਰਤੀ ਦਾ ਪਿਆਲਾ ਤਿਆਰ ਕਰਕੇ ਕਹਿੰਦੇ ਫਿਰ ਉਹ ਸ਼ੁੱਧ ਅੰਮ੍ਰਿਤ ਰਸ ਤਿਆਰ ਹੋ ਜਾਣਾ ਹੈ। ਇਹ ਮਹਾਰਸ ਪਿਓਰੇ, ਫਿਰ ਇਸ ਰਸ ਨੂੰ ਪੀਣਾ ਹੈ। ਉਹ ਰਸ ਕਿਹੜਾ ਹੈ? ਪ੍ਰਕਾਸ਼। ਉਹ ਫਿਰ ਪੋਚਣਹਾਰੀ ਵੀ ਸਾਡੀ ਸੁਖਮਨਾ ਦੁਆਰਾ ਉਹ ਰਸ ਸਾਨੂੰ ਆਉਣਾ ਸ਼ੁਰੂ ਹੋ ਜਾਣਾ, ਉਹ ਮਹਾਰਸ ਹੈ। ਨਿਜਰ ਧਾਰ ਚੂਏ ਅਤ ਨਿਰਮਲ, ਕਹਿੰਦੇ ਫਿਰ ਉੱਪਰੋਂ ਨਿਜਰ ਧਾਰ ਵੀ ਧਾਰ ਬਣ ਕੇ ਸਾਡੇ ਇੱਥੇ ਪ੍ਰਕਾਸ਼ ਰੂਪ ਜੋਤ ਰੂਪ ਚੱਲਣਾ ਸ਼ੁਰੂ ਹੋ ਜਾਂਦਾ ਹੈ। ਦੇਖ ਦੇਖ ਕੇ ਮਨ ਉਸ ਨੂੰ ਪੀਂਦਾ ਹੈ, ਭਿੱਜਦਾ ਹੈ। ਅਤ ਨਿਰਮਲ, ਇੰਨੀ ਨੋਤ ਨਿਰਮਲ ਹੋ ਜਾਂਦੀ ਸੁਖਮਨਾ, ਬਿਲਕੁਲ ਨਿਰਮਲ ਹੋ ਜਾਂਦੀ ਹੈ, ਜਿਸ ਦੇ ਆਪਾਂ ਉਹਨੂੰ ਦ੍ਰਿੜ ਕਰਨਾ ਹੁੰਦਾ। ਪੀਣਾ ਕੀ ਹੈ? ਮਨ ਨੇ ਉਸ ਨੂੰ ਧਾਰ ਨੂੰ ਦੇਖੀ ਜਾਣਾ ਹੈ, ਦਰਸ਼ਨ ਹੀ ਕਰਨੇ ਨੇ ਜੋਤ ਦੇ। ਉਹ ਰਸ ਫਿਰ ਸਾਡਾ ਮਨ ਪੀਂਦਾ ਹੈ। ਇਹ ਰਸ ਮਨੁਆ ਰਾਤੋਰੇ, ਕਹਿੰਦੇ ਇਸ ਰਸ ਦੇ ਵਿੱਚ ਮਨੁਆ ਰਤਿਆ ਜਾਂਦਾ ਹੈ। ਕਹਿ ਕਬੀਰ ਸਗਲੇ ਮਦ ਸ਼ੂਸ਼ੇ, ਇਹ ਹੈ ਮਹਾਰਸ ਸਾਚੋਰੇ। ਤੇ ਬਾਬਾ ਕਬੀਰ ਜੀ ਫਿਰ ਸਮਝਾਉਂਦੇ ਨੇ, ਕਹਿੰਦੇ ਹੋਰ ਜਿਹੜੇ ਰਸ ਨੇ ਸਾਰੇ ਹੀ ਸ਼ੂਸ਼ੇ ਨੇ, ਭਾਵ ਵਿਅਰਥ ਨੇ, ਸਭ ਉਤਰ ਜਾਂਦੇ ਨੇ। ਬਹੁਤ ਹੀ ਉਹਨਾਂ ਦੀ ਫੋਕੇ ਕਹਿ ਲਈਏ, ਆਪਾਂ ਫਿੱਕੇ ਕਹਿ ਲਈਏ, ਵੀ ਅਸਲੀ ਇਹੀ ਰਸ ਹੈ। ਇਹ ਹੈ ਮਹਾਰਸ ਸਾਚੋਰੇ, ਇਹੀ ਸੱਚਾ ਰਸ ਹੈ ਜਿਹੜਾ ਇੱਕ ਵਾਰੀ ਬਾਰ ਨਾ ਸਾਨੂੰ ਤਿਆਰ ਕਰਨਾ ਪੈਣਾ। ਬਸ ਇੱਕ ਵਾਰੀ ਆਹ ਸਮਾਨ ਪਾ ਦੇਣਾ ਕੱਟ ਕੇ ਵਿੱਚ, ਗੁਰ ਦਾ ਸ਼ਬਦ ਤੇ ਕਾਮ ਕ੍ਰੋਧ ਤ੍ਰਿਸ਼ਨਾ ਨੂੰ ਕੱਟ ਕੇ ਵਿੱਚ ਹਿਰਦੇ ਦੇ ਵਿੱਚ ਵਸਾ ਲੈਣਾ ਹੈ। ਪੱਠੀ ਥੱਲੇ ਅਗਨ ਦੀ ਗਿਆਨ ਦੀ ਵਾਲ ਲੈਣੀ ਹੈ, ਤੇ ਫਿਰ ਉਹ ਰਸ ਤਿਆਰ ਹੋ ਜਾਂਦਾ ਹੈ। ਤੇ ਫਿਰ ਇਹ ਰਸ ਹੀ ਸੱਚਾ ਰਸ ਹੈ। ਫਿਰ ਉਹ ਸੰਤ ਸਾਨੂੰ ਗਿਆਨ ਦਿੰਦੇ ਨੇ ਇੱਦਾਂ ਕਿ ਕਿਵੇਂ ਆਪਾਂ ਇਹ ਰਸ ਤਿਆਰ ਕਰਨਾ ਹੈ। ਅੱਗੇ ਫਿਰ ਸ਼ਬਦ ਹੈ ਗੁੜ ਕਰ ਗਿਆਨ। ਗੁੜ ਕਿਸ ਨੂੰ ਕਰ ਲੈਣਾ? ਗਿਆਨ ਨੂੰ, ਗੁਰ ਦੇ ਸ਼ਬਦ ਨੂੰ, ਉਹੀ ਗਿਆਨ। ਧਿਆਨ ਕਰ ਮਹੂਆ, ਧਿਆਨ ਭਾਂਡਾ ਕਰ ਲੈਣਾ ਹੈ। ਗੁੜ ਗਿਆਨ ਨੂੰ ਗੁੜ ਬਣਾ ਲੈਣਾ ਹੈ। ਭਉ ਪਾਠੀ, ਭਉ ਹੁੰਦਾ ਹੈ ਪ੍ਰੇਮ, ਉਹਦੀ ਪੱਠੀ ਤਿਆਰ ਕਰਨੀ। ਭਉ ਪਾਠੀ ਮਨ ਤਾਰਾ, ਫਿਰ ਮਨ ਦੀ ਜੋਤ ਉਤਾਰਾ ਹੋ ਜਾਂਦੀ ਹੈ। ਸੁਖਮਨ ਨਾਰੀ ਸਹਿਜ ਸਮਾਨੀ, ਇੱਦਾਂ ਫਿਰ ਸਹਿਜ ਦੇ ਵਿੱਚ ਸੁਖਮਨ ਨਾਰੀ, ਭਾਵ ਸੁਖਮਨਾ ਸਾਡੀ ਜਿਹੜੀ ਜੋਤ ਹੈ ਉਹ ਪ੍ਰਗਟ ਹੋ ਜਾਂਦੀ ਹੈ ਸਹਿਜ ਦੇ ਵਿੱਚ, ਚੌਥੇ ਪਦ ਵਿੱਚ।
ਪੀਵੇ ਪੀਵਨ ਹਾਰਾ। फिर उस द्वारा मन उस धारा नूं पींदा है, उस रस नूं पींदा है। पीना किसने है? मन ने। पहला दे रहो पंक्तियां नूं समझ लईए आपां। औदू मेरा मन बतवारा। रहो पंक्तियां समझाउंदे ने कि हे औदू, किसी जोगी दे नाल गल हो रही औदू दे नाल, कि मेरा मन है मतवारा है, मस्त है उस नशे दे विच। आपां कहदे मस्त होया, मतवाला होया, मतवारा। उन्मन चढ़ा मदन रस चाख्या। उन्मद चढ़ा मदन रस चाख्या, तिर पवन पिया उजियारा। उदमन उन्मद, उन्मद हुंदा है चौथा पद, उन्मन भी कह देते हैं, सहज चौथा पद। कि मन उन्मन विच गया ते उत्थे ये रस प्राप्त होया, मदन रस चाख्या। उत्थों ये रस चख लिया जदों मन ने। तिर भवन पिया उजियारा। भी त्रै भवनां दे विच भी वो मालक प्रगट हो गया, प्रकाश हो गया, अज्ञानता दूर हो गई। ऐसा ज्ञान दा रस पीण दे नाल। हुण वो दसदे भी वो किवें पिया। पीता है गुड़ कर ज्ञान ध्यान कर्म हुआ। ध्यान द्वारा गुर दे ज्ञान नूं उहदे भांडे च पा के पौ पाठी थले प्रेम दी पाठी तैयार की। पौ दी, पौ डर हुंदा, पौ प्यार, पौ दी पौ पाठी, डर दी पाठी तैयार की ते उहदे द्वारा मन दी धारा जिहड़ी है सुखमन नारी सहज समानी। कहंदे फिर सुखमन जिहड़ी जोत है साडी नाली है इस पासे प्रगट हो जाती है सहज। चौथे पद विच जाके क्योंकि आपा खत्म हो जाता त्रै गुणा दा, ते फिर मन पींदा है। उस तो बाद ही ये मन उस नूं पींदा है। पीवै पीवन हारा, जिहड़ा उसदे जोग हो जाता है, जिहड़ा इदां ये तैयार कर लैंदा है पट्ठी ते ये सारा शब्द दा ज्ञान, फिर मन इस नूं पींदा है। दुए पर जोर रसाई पाठी पियो महारस पारी। इदां कहते दोए जोड़ के इन्हां नूं दोए नेत्र एक करके इदां कहते फिर ये पट्ठी चो रस होना शुरू हो गया। पियो महारस पारी। कहते फिर महारस भारी रस जिहड़ा फिर सारे प्रगट हो जाता। कहते मन ने वो पीता। पियूं महारस भारी काम क्रोध दुए करे जलेता। किए जलेता? छूट गई संसारी। कहते मन जिहड़ा काम क्रोध सी इन्हां द्वारा जलाया, इन्हां नूं थले बालन बना के ते मन दी संसारी छुट गई, क्योंकि वो रस दे नाल मन जुड़ गया जिहड़ा महारस है। इस संसार दे नालों मन, क्योंकि मन संसार दे नाल, मन दे वास्ते संसार च कुछ भी नहीं है। संसार दा जो है तन वास्ते है, मन वास्ते कुछ भी नहीं है। मन सिर्फ संसार नाल इस करके जुड़िया है कि इसनूं अपने रस दा ज्ञान नहीं कि अपना रस किवें तैयार करके पीना। फिर मन दी संसारी छुट गई। प्रगट प्रगास ज्ञान गुरगम्मत। कहंदे इदां ज्ञान प्रगट हो गया गुर दे ज्ञान द्वारा। मन जिहड़ा सी उहनूं ज्ञान हो गया, प्रकाश हो गया। प्रगास प्रगट प्रगास गुर दा ज्ञान लैके कहंदे प्रकाश प्रगट हो गया। सतगुर ते शुद्ध पाई। ये सोजी शुद्ध है। सोजी किस तो प्राप्त हुई? सतगुर तो। सतगुर की है? बचन ज्ञान। गुर दा जो ज्ञान है सच्चा ज्ञान है, उहदे द्वारा कहंदे सोची प्राप्त हुई। सतगुर ते शुद्ध पाई दास कबीर तास मद माता। उचक न कब हूँ जाई। कहंदे उसे जिहड़ा यह नशा है तास, वो भी ऐस नशे दे विच दास कबीर मस्त होया होया है। उचक न कब हो जाए, कदे भी इस तो चूकता नहीं है। सदा इस रस नूं पी रहा है जिहड़ा महारस है।
ਅੱਗੇ ਫਿਰ ਸ਼ਬਦ ਹੈ ਬਾਬਾ ਕਬੀਰ ਜੀ ਦਾ। ਰਹੋ ਪੰਕਤੀਆਂ ਹਨ। ਆਬ ਤਬ ਜਬ ਕਬ ਤੂੰ ਹੀ। ਕਹਦੇ ਹੁਣ ਜਦ ਕਦੇ ਵੀ ਅਬ ਤਬ ਜਬ ਕਬ ਹਰ ਸਮੇਂ ਪਾਪ ਤੂੰ ਹੀ। ਹੁਣ ਉਹ ਪ੍ਰਗਟ ਹੋ ਗਿਆ ਸਾਰੇ, ਬਸ ਉਹੀ ਹੈ। ਆਪਾਂ ਖਤਮ ਹੋ ਗਿਆ, ਆਪਾਂ ਜਲਾ ਦਿੱਤਾ, ਕਾਮ ਜਲਾ ਦਿੱਤਾ, ਕ੍ਰੋਧ, ਸਾਰਾ ਕੁਛ। ਅਤੇ ਹੁਣ ਕਹਿੰਦੇ ਉਹੀ ਦਿਸ ਰਿਹਾ ਸਾਰੇ ਪਾਸੇ। ਹੁਣ ਵੀ ਕਦੇ ਵੀ ਜਦੋਂ ਵੀ ਦੇਖਾਂਗੇ ਉਹੀ ਹੈ। ਹਮ ਤੋਂ ਪ੍ਰਸਾਦ ਸੁਖੀ ਸਦ ਹੀ। ਕਿ ਹੇ ਪ੍ਰਭੂ ਤੇਰੀ ਕਿਰਪਾ ਨਾਲ ਹੁਣ ਮੈਂ ਸਦਾ ਹੀ ਸੁਖੀ ਹਾਂ, ਕਿਉਂਕਿ ਮੇਰਾ ਆਪਾ ਖਤਮ ਹੋ ਗਿਆ। ਹੁਣ ਤੂੰ ਹੀ ਨਜ਼ਰ ਆ ਰਿਹਾ ਸਾਰੇ ਪਾਸੇ। ਇਹੋ ਪੰਕਤੀਆਂ ਨੇ। ਤੇ ਆਓ ਸ਼ਬਦ ਸ਼ੁਰੂ ਕਰਦੇ ਹਾਂ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਹੁਣ ਇਸ ਅਵਸਥਾ 'ਚ ਜਾਣ ਦੇ ਵਾਸਤੇ ਪਹਿਲਾਂ ਕੀਤਾ ਕਿ ਹੇ ਪ੍ਰਭੂ ਤੂੰ ਹੀ ਮੇਰਾ ਮੇਰ ਪਰਬਤ ਹੈ, ਤੂੰ ਮੇਰਾ ਵਾਸਤੇ ਪਹਾੜ ਹੈ। ਸਭ ਤੋਂ ਵੱਡਾ ਹੈ ਪਹਾੜ, ਸਭ ਤੋਂ ਵੱਡਾ, ਸਭ ਤੋਂ ਉੱਚਾ, ਤੇਰੇ ਵਰਗਾ ਦੂਜਾ ਕੋਈ ਨਹੀਂ। ਇਸ ਕਰਕੇ ਮੇਰੇ ਵਾਸਤੇ ਤੂੰ ਹੀ ਪਰਬਤ ਸਭ ਤੋਂ ਵੱਡਾ ਹੈ। ਮੈਂ ਤੇਰੀ ਓਟ ਲਈ ਹੈ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ, ਕਿਉਂਕਿ ਤੂੰ ਕਦੇ ਡੋਲਦਾ ਨਹੀਂ। ਪਰਮੇਸ਼ਰ ਪਰਬਤ ਦੀ ਨਿਆਈ ਹੈ, ਮਾਇਆ ਇੱਕ ਦਰਖਤ ਦੀ ਨਿਆਈ ਜਿਹੜੀ ਝੂਲਦੀ ਹੈ। ਬਨਸਪਤੀ ਜਿਵੇਂ ਝੂਲਦੀ, ਦਰਖਤ ਝੂਲਦੇ ਨੇ। ਤਨ ਜਿਹੜਾ ਹੈ ਇੱਕ ਮਾਇਆ ਦਾ ਹੈ, ਦਰਖਤ ਦੀ ਨਿਆਈ ਹੈ, ਅਤੇ ਪਰਮੇਸ਼ਰ ਪਰਬਤ ਦੀ ਨਿਆਈ ਹੈ। ਜਦ ਤੱਕ ਮਨ ਇਸ ਤਨ ਨਾਲ ਜੁੜਿਆ ਹੈ, ਤਨ ਦੇ ਵਿੱਚ ਮਾਇਆ ਨਾਲ ਜੁੜਿਆ ਹੈ, ਮਾਇਆ ਡੋਲਦੀ ਹੈ, ਮਨ ਵੀ ਡੋਲਦਾ ਹੈ। ਮਾਇਆ ਡੋਲੇ ਬਹੁ ਵਿਧੀ, ਮਨ ਲਪਟੇ ਹੋਤੇ ਸੰਗ। ਅਤੇ ਮਨ ਇਹਦੇ ਨਾਲ ਲਪਟਿਆ ਉਨੀ ਦੇਰ ਮਨ ਵੀ ਡੋਲਦਾ ਹੈ। ਜੇ ਮਨ ਪਰਮੇਸ਼ਰ ਦਾ ਓਟ ਆਸਰਾ ਲੈ ਲੈਂਦਾ, ਉਹ ਇੱਕ ਪਰਬਤ ਦੀ ਨਿਆਈ ਹੈ, ਉਹ ਅਡੋਲ ਹੈ, ਅਤੇ ਮਨ ਵੀ ਡੋਲਦਾ ਨਹੀਂ। ਇਸ ਕਰਕੇ ਸਮਝਾਉਂਦੇ ਨੇ ਕਿ ਨਾ ਤੁਮ ਡੋਲੋ ਨਾ ਹਮ ਗਿਰਤੇ। ਜੇ ਉਹ ਡੋਲਦਾ ਨਹੀਂ, ਅਸੀਂ ਉਹਦੇ 'ਤੇ ਗਿਰਦੇ ਨਹੀਂ, ਕਿਉਂਕਿ ਅਡੋਲ ਹੈ। ਉੱਥੇ ਮਨ ਵੀ ਅਡੋਲ ਹੋ ਗਿਆ। ਹਰ ਰੱਖ ਲਈ ਨਹੀਂ ਹਰ ਮੇਰੀ, ਕਿ ਹਰੀ ਪਰਮੇਸ਼ਰ ਨੇ ਮੇਰੀ ਉੱਥੇ ਲਾਜ ਰੱਖ ਲਈ, ਮੈਨੂੰ ਅਡੋਲ ਬਣਾ ਲਿਆ, ਕਿਉਂਕਿ ਮੈਂ ਉਸ ਪਰਮੇਸ਼ਰ ਦੀ ਓਟ ਲੈ ਕੇ ਉਸ ਨੂੰ ਹੀ ਸਭ ਤੋਂ ਵੱਡਾ ਸਮਝ ਕੇ ਜਾਣ ਕੇ ਬਸ ਉਸੇ ਦੇ ਟੇਕ ਰੱਖੀ। ਤੇਰੇ ਭਰੋਸੇ ਮਗ ਹਰ ਬਸਿਓ, ਮੇਰੇ ਮਨ ਤਨ ਕੀ ਤਪਤ ਬੁਝਾਈ। ਵੀ ਤੇਰੇ ਭਰੋਸੇ ਪਰਮੇਸ਼ਰ ਮੈਂ ਮਗ ਹਰ ਬਸਿਆ, ਤਾਂ ਮੇਰੇ ਤਨ ਦੀ ਤਪਤ ਨੂੰ ਬੁਝਾ ਦਿੱਤਾ। ਜਿਹੜਾ ਤਨ ਤਪਦਾ ਸੀ, ਜਿਸ ਕਰਕੇ ਮਨ ਵੀ ਤਪਦਾ ਸੀ, ਤਨ ਦੀ ਤਪਤ ਵੀ ਦੂਰ ਹੋ ਗਈ। ਮਨ ਵੀ ਸ਼ਾਂਤ, ਤਨ ਵੀ ਸ਼ਾਂਤ ਹੋ ਗਿਆ। ਮਗਹਰ ਜੇ ਆਪਾਂ ਸੰਸਾਰਿਕ ਤੌਰ 'ਤੇ ਲਈਏ ਤੇ ਮਗਹਰ ਦੱਸਦੇ ਨੇ ਇੱਕ ਸ਼ਹਿਰ ਵਸਿਆ ਹੋਇਆ ਹੈ। ਉਸ ਨੂੰ ਸਰਾਪ ਦੱਸਦੇ ਕਿ ਸਰਾਪ ਦਿੱਤਾ ਹੋਇਆ ਹੈ ਗੋਰਖਪੁਰ ਦੇ ਪਾਸ, ਜੋ ਦੱਸਿਆ ਹੈ ਇਹਦੇ ਵਿੱਚ ਕਿ ਮਗਹਰ ਨਾਂ ਦਾ ਇੱਕ ਸ਼ਹਿਰ ਹੈ ਜਿਸ ਨੂੰ ਸਰਾਪ ਹੈ। ਜਿਹੜਾ ਉੱਥੇ ਵਸੇਗਾ ਉਹ ਖੋਤੇ ਦੀ ਚੂਨ ਪਏਗਾ ਜਾਂ ਜੂਨਾਂ 'ਚ ਜਾਏਗਾ, ਨਰਕਾਂ ਦੇ ਵਿੱਚ ਜਾਏਗਾ। ਤੇ ਇੱਕ ਸ਼ਹਿਰ ਆਉਂਦਾ ਹੈ ਕਾਸ਼ੀ। ਕਾਸ਼ੀ ਜਿਹੜਾ ਹੈ ਉੱਥੇ ਜਾ ਕੇ ਜਿਹੜਾ ਜੀਵ ਵੀ ਉੱਥੇ ਜਾ ਕੇ ਅੰਤ ਸਮੇਂ ਸਰੀਰ ਛੱਡਦਾ, ਉਹ ਮੁਕਤ ਹੋ ਜਾਂਦਾ ਹੈ। ਅਤੇ ਜਿਹੜਾ ਮਗਹਰ ਛੱਡਦਾ ਹੈ ਉਹ ਫਿਰ ਨਰਕਾਂ ਨੂੰ ਜਾਂਦਾ, ਜੂਨਾਂ 'ਚ ਜਾਂਦਾ ਹੈ। ਅਤੇ ਇੱਥੇ ਦੱਸਦੇ ਵੀ ਪਹਿਲਾਂ ਭਰੋਸੇ ਤੇਰੇ ਕਿੱਥੇ ਵਸਿਆ ਮਗਹਰ। ਪਰ ਜੇ ਅਸੀਂ ਅੰਦਰ ਦੀ ਗਤ ਜਾਣੀਏ ਤਾਂ ਆਪਣਾ ਇਹ 9 ਦਰਾਂ ਦਾ ਸਰੀਰ ਹੈ ਜਿੱਥੇ ਪਹਿਲਾਂ ਮਨ ਨੇ ਟਿਕਾ ਕਰਦਾ ਹੈ। ਫਿਰ ਇਸ ਤੋਂ ਅੱਗੇ ਚੌਥੇ ਪਦ ਵਿੱਚ ਜਿੱਥੋਂ ਸਾਨੂੰ ਸੱਚਾ ਗਿਆਨ ਪ੍ਰਾਪਤ ਹੋਣਾ ਹੈ, ਜਿੱਥੇ ਸਤਿਗੁਰ ਦਾ ਵਾਸਾ ਹੈ। ਕਿਉਂਕਿ ਗੁਰੂ ਸਾਹਿਬ ਜੀ ਨੇ ਦੱਸ ਦਿੱਤਾ, ਨਾ ਕਾਸ਼ੀ ਮਤ ਉਪਜੈ, ਨਾ ਮਤ ਕਾਸ਼ੀ ਉਪਜੈ, ਨਾ ਮਤ ਕਾਸ਼ੀ ਜਾਏ।
ਸਤਿਗੁਰ ਤੇ ਮਤ ਉਪਜੈ। ਜਿੱਥੇ ਸਤਿਗੁਰ ਦਾ ਵਾਸਾ ਹੈ, ਗੁਰੂ ਦੀ ਕਾਸ਼ੀ ਜਿਸ ਨੂੰ ਆਪਾਂ ਕਹਿੰਦੇ ਹਾਂ, ਗੁਰੂ ਦੀ ਕਾਸ਼ੀ ਕਿੱਥੋਂ ਸ਼ੁਰੂ ਹੋ ਜਾਂਦੀ? ਜਿੱਥੋਂ ਸਵਾਸ ਆਉਂਦੇ ਇੱਥੋਂ ਅੱਗੇ ਦਮਦਮਾ ਸਾਹਿਬ ਜਿਵੇਂ ਸਾਬੋ ਕੀ ਤਲਵੰਡੀ। ਸੋ ਇਸ ਕਰਕੇ ਉਹ ਸਮਝਾਉਣ ਦੇ ਵਾਸਤੇ ਅੰਦਰ ਦਾ ਗਿਆਨ ਹੈ, ਕੋਈ ਸ਼ਹਿਰੀ ਬਾਹਰੀ ਗਿਆਨ ਨਹੀਂ ਹੈ, ਕਿਉਂਕਿ ਬਾਹਰੀ ਉਦਾਹਰਨਾਂ ਦਿੱਤੀਆਂ ਨੇ। ਪਹਿਲੇ ਦਰਸ਼ਨ ਮਗਹਰ ਪਾਇਓ, ਫੁਨ ਕਾਸੀ ਵਸੇ ਆਈ। ਵੀ ਪਹਿਲਾ ਮਗਹਰ ਇੱਥੇ ਆਪਣੀ ਜੋਤ ਦਾ ਦਰਸ਼ਨ ਕੀਤਾ, ਫਿਰ ਸਾਹਮਣੇ ਮਾਲਕ ਕਾਸ਼ੀ ਦੇ ਵਿੱਚ ਮਨ ਵਸ ਗਿਆ। ਭਾਵ ਚੌਥੇ ਪਦ ਵਿੱਚ ਮਨ ਦਾ ਵਾਸਾ ਹੋ ਗਿਆ, ਜਿੱਥੋਂ ਸੱਚਾ ਗਿਆਨ ਪ੍ਰਾਪਤ ਹੁੰਦਾ ਹੈ। ਜੈਸਾ ਮਗਹਰ ਤੈਸੀ ਕਾਸ਼ੀ, ਹਮ ਇੱਕ ਕਰ ਜਾਨੀ। ਫਿਰ ਆਪਣੇ ਆਪ ਨੂੰ ਦੇਖਿਆ ਤੇ ਫਿਰ ਮਾਲਕ ਨੂੰ ਸਾਹਮਣੇ ਦੇਖਿਆ, ਦੋਨੋਂ ਇੱਕੋ ਹੀ ਹੋ ਗਏ। ਕਹਿੰਦੇ ਸਾਡੇ ਵਾਸਤੇ ਇੱਕੋ ਕਰਕੇ ਅਸੀਂ ਜਾਣ ਲਿਆ। ਹਮ ਨਿਰਧਨ ਜਿਉਂ ਇਹ ਧਨ ਪਾਇਆ, ਮਰਤੇ ਫੂਟ ਗੋਮਾਨੀ। ਕਹਿੰਦੇ ਅਸੀਂ ਨਿਰਧਨ ਨੇ ਇਹ ਧਨ ਪਾ ਲਿਆ, ਸੱਚਾ ਧਨ ਸਾਨੂੰ ਪ੍ਰਾਪਤ ਹੋ ਗਿਆ ਮੰਨੇ। ਤੇ ਜਿਹੜੇ ਜੀਵ ਬਾਹਰੀ ਚੱਲਦੇ ਨੇ ਤੀਰਥਾਂ ਤੇ, ਉਹ ਹੰਕਾਰ ਦੇ ਵਿੱਚ ਹੀ ਮਰ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਨਾ ਆਪਣੇ ਅੰਦਰ ਮਗਹਰ ਦਾ ਭੇਤ ਹੈ, ਨਾ ਕਾਸ਼ੀ ਦਾ ਭੇਤ ਹੈ, ਨਾ ਗੁਰ ਦੇ ਗਿਆਨ ਦਾ ਭੇਤ ਹੈ। ਕਰੇ ਗੁਮਾਨ ਚੁਭੈ ਤਿਸ ਸੂਲਾ, ਕੋ ਕਾਢਣ ਕੋ ਨਾਹੀ। ਕਹਿੰਦੇ ਜਿਹੜੇ ਜੀਵ ਹੰਕਾਰ ਕਰਦੇ ਨੇ, ਉਹਨਾਂ ਨੂੰ ਸੂਲਾ ਚੁਭਦੀ ਹੈ, ਕੰਡਾ ਚੁਭਦਾ ਹੈ ਉਹਨਾਂ ਨੂੰ ਹਉਮੈ ਦਾ, ਕਿਉਂਕਿ ਹਉਮੈ ਦੇ ਵਿੱਚ ਹੁੰਦੇ ਨੇ। ਕੋ ਕਾਢਣ ਕੋ ਨਾਹੀ, ਤੇ ਨਾ ਉਹਨਾਂ ਦਾ ਇਹ ਕੰਡਾ ਜਿਹੜਾ ਹਉਮੈ ਦਾ ਕੋਈ ਕੱਢ ਸਕਦਾ ਹੈ, ਕਿਉਂਕਿ ਗਿਆਨ ਤੋਂ ਬਿਨਾਂ ਇਹ ਕੰਡਾ ਨਹੀਂ ਨਿਕਲਦਾ। ਤੇ ਉਹ ਕੰਡਾ ਹੀ ਸਾਨੂੰ ਫਿਰ ਚੁਭਦਾ, ਅੱਗੇ ਸਜ਼ਾ ਹੈ ਉਹੀ। ਅਜੇ ਸੁਚੋਭ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ। ਕਹਿੰਦੇ ਜਿਹੜੇ ਹਾਲੇ ਵੀ ਉਸ ਨੂੰ ਜਿਨ੍ਹਾਂ ਦੇ ਭਾਵ ਹਉਮੈ ਦਾ ਕੰਡਾ ਜਿਨ੍ਹਾਂ ਦੇ ਅੰਦਰ ਹੈ, ਜਿਹੜੇ ਬਿਲ ਲਾਉਂਦੇ ਹਨ, ਫਿਰ ਉਹ ਕੋਰ ਨਰਕ ਦੇ ਵਿੱਚ ਹੀ ਪਚਦੇ ਨੇ ਜਾ ਕੇ, ਕਿਉਂਕਿ ਜਿਨ੍ਹਾਂ ਨੇ ਹਉਮੈ ਦਾ ਕੰਡਾ ਗੁਰ ਦੇ ਗਿਆਨ ਦੁਆਰਾ ਨਿਕਲਣਾ ਹੈ, ਜੇ ਉਹ ਕੱਢਿਆ ਨਹੀਂ ਤੇ ਫਿਰ ਨਰਕਾਂ ਦੇ ਵਿੱਚ ਹੀ ਜਾਏਗਾ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਪਰ ਕਹਿੰਦੇ ਅਸੀਂ, ਕਿਉਂਕਿ ਅਸੀਂ ਤਾਂ ਪਹਿਲਾਂ ਮਗਹਰ ਫਿਰ ਕਾਸ਼ੀ ਇੱਕੋ ਹੋ ਗਏ, ਹੁਣ ਅਸੀਂ ਦੋਨੋਂ ਹੀ, ਕਿਉਂਕਿ ਕਾਸ਼ੀ ਤੋਂ ਸਵਰਗ ਦੱਸਦੇ ਤੇ ਮਗਹਰ ਤੋਂ ਨਰਕ ਦੱਸਦੇ, ਵੀ ਅਸੀਂ ਤਾਂ ਦੋਨੋਂ ਹੀ ਰੱਦ ਕਰ ਦਿੱਤੇ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਕਹਿੰਦੇ ਸੰਤਾਂ ਤਾਂ ਦੋ ਹੀ ਰੱਦ ਕਰ ਦਿੱਤੇ, ਵੀ ਨਹੀਂ, ਕਿਉਂਕਿ ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਿਉਂਕਿ ਅਸੀਂ ਤਾਂ ਗੁਰ ਦੀ ਆਸਰਾ ਲੈ ਕੇ ਉਸ ਦੀ ਟੇਕ ਰੱਖ ਲਈ ਪਰਮੇਸ਼ਰ ਦੀ, ਅਸੀਂ ਕਿਸੇ ਦੀ ਕਾਨ ਨਹੀਂ ਕੱਢਦੇ। ਨਾ ਸਾਨੂੰ ਨਰਕ ਚਾਹੀਦਾ, ਨਾ ਸਾਨੂੰ ਸਵਰਗ ਚਾਹੀਦਾ, ਕਿਉਂਕਿ ਅਸੀਂ ਤਾਂ ਦੋਨੋਂ ਇੱਕ ਕਰਕੇ ਉਸ ਨੂੰ ਜਾਣ ਲਿਆ, ਉਹ ਧਨ ਪਾ ਲਿਆ ਜਿਹੜਾ ਸੱਚਾ ਧਨ ਹੈ, ਉਸ ਦਾ ਆਸਰਾ ਲੈ ਲਿਆ, ਉਨਮਤ ਦੇ ਚੜ੍ਹ ਗਏ, ਚੌਥੇ ਪਦ ਵਿੱਚ ਵਾਸਾ ਹੋ ਗਿਆ, ਅਗਿਆਨਤਾ ਦੂਰ ਹੋ ਗਈ, ਪ੍ਰਕਾਸ਼ ਪ੍ਰਗਟ ਹੋ ਗਿਆ। ਸਾਨੂੰ ਹੁਣ ਅਸੀਂ ਦੋਨੋਂ ਹੀ ਰੱਦ ਕਰ ਦਿੱਤੇ, ਦੋਨੋਂ ਹੀ ਤਿਆਗ ਦਿੱਤੇ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਕਹਿੰਦੇ ਅਸੀਂ ਤਾਂ ਉਹ ਸਿੰਘਾਸਨ ਤੇ ਚੜ੍ਹ ਗਏ ਉੱਚੇ ਤੇ, ਜਿੱਥੇ ਮਾਲਕ ਦਾ ਵਾਸਾ ਹੈ, ਉਸ ਦੇ ਨਾਲ ਮਿਲਾਪ ਹੋ ਗਿਆ, ਉਸ ਦੇ ਵਿੱਚ ਏਕਮਿਕ ਹੋ ਗਏ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਣੀ। ਕਹਿੰਦੇ ਹੁਣ ਸਾਡੀ ਅਵਸਥਾ ਕਿਹੋ ਜਿਹੀ ਹੋ ਗਈ, ਉਸ ਪਰਮੇਸ਼ਰ ਦੇ ਨਾਲ, ਰਾਮ ਹਰੀ ਦੇ ਨਾਲ ਇੱਕੋ ਹੋ ਗਏ। ਆਪਣੇ ਆਪ ਨੂੰ ਦੇਖਿਆ, ਉੱਧਰ ਦੇਖਿਆ, ਕੋਈ ਫਰਕ ਨਹੀਂ ਨਜ਼ਰ ਆਇਆ। ਜਿੰਨੀ ਦੇਰ 9 ਤਰ੍ਹਾਂ ਤੇ ਵਸਦੇ ਹਾਂ, ਮਗਹਰ ਹੈ, ਇੱਧਰ ਕਾਸ਼ੀ ਹੈ, ਜਦ ਆਪਣੇ ਆਪ ਨੂੰ ਵੀ ਦੇਖਿਆ, ਉੱਧਰ ਵੀ ਦੇਖਿਆ,
ਇੱਕ ਰੂਪ ਹੋ ਗਏ। ਕਹਿੰਦੇ ਹੁਣ ਸਾਡੇ ਆਪਸ ਵਿੱਚ ਹੀ ਕੋਈ ਭਰਮ ਨਹੀਂ ਰਹਿ ਗਿਆ, ਕੋਈ ਭੇਦ ਨਹੀਂ ਰਹਿ ਗਿਆ, ਕਿਉਂਕਿ ਇੱਕ ਦੂਜੇ 'ਚ ਸਮਾ ਗਏ। ਅਤੇ ਮਨ ਕਿੱਥੇ ਜਾ ਚੜਿਆ? ਉੱਚੀ ਅਵਸਥਾ 'ਤੇ, ਜਿੱਥੇ ਪ੍ਰਭੂ ਦਾ ਵਾਸਾ ਹੈ। ਉਨਮਨ ਦੇ ਵਿੱਚ, ਚੌਥੇ ਪਦ ਦੇ ਵਿੱਚ, ਜਿੱਥੇ ਜਾ ਕੇ ਪ੍ਰਕਾਸ਼ ਪ੍ਰਗਟ ਹੋ ਗਿਆ। ਸੋ ਇਸ ਤਰੀਕੇ ਨਾਲ ਸਾਨੂੰ ਸੰਸਾਰਿਕ ਉਦਾਹਰਨਾਂ ਦੇ ਕੇ ਸਮਝਾਇਆ ਹੈ। ਗੱਲ ਸਾਰੀ ਕਿਸ ਦੀ ਕੀਤੀ ਹੈ? ਮਨ ਦੀ। ਕਿਤੇ ਬਾਹਰੀ ਸ਼ਹਿਰਾਂ ਦੀ ਗੱਲ ਨਹੀਂ ਹੈ, ਕਿਉਂਕਿ ਕਿਤੇ ਵੀ ਚਲੇ ਜਾਈਏ ਫਿਰ ਤਾਂ ਬੜਾ ਸੌਖਾ ਸੀ ਕਾਸ਼ੀ ਜਾ ਕੇ ਜੇ ਗਿਆਨ ਉਪਜਦਾ ਹੁੰਦਾ। ਕਾਸ਼ੀ ਦੇ ਵਿੱਚ ਅੱਜ ਬਹੁਤ ਸਾਰੇ ਪੰਡਤ ਨੇ, ਪਰ ਗਿਆਨ ਨਹੀਂ ਹੈ, ਕਿਉਂਕਿ ਗਿਆਨ ਤਾਂ ਸਤਿਗੁਰ ਤੋਂ, ਸਾਡੇ ਹਿਰਦੇ 'ਚ ਸਤਿਗੁਰ ਦਾ ਵਾਸਾ, ਉੱਥੋਂ ਸਾਨੂੰ ਗਿਆਨ ਪ੍ਰਗਟ ਹੋਣਾ ਹੈ। ਸੋ ਆਓ ਹੁਣ ਆਪਾਂ ਨਾਲ ਨਾਲ ਇਸ ਨੂੰ ਸਮਝਿਆ ਹੈ। ਆਪਾਂ ਕਰਨਾ ਕੀ ਹੈ? ਸਭ ਤੋਂ ਪਹਿਲਾਂ ਆਪਣੇ ਹਿਰਦੇ ਨੂੰ ਇੱਕ ਭਾਂਡਾ ਤਿਆਰ ਕਰਨਾ ਹੈ। ਇਹ ਗਿਆਨ ਕਿੱਥੇ ਲੈਣਾ ਹੈ? ਇੱਥੇ ਦਾ। ਇਹ 9 ਦਰਾਂ ਦਾ ਨਹੀਂ, ਇੱਥੇ ਆਪਣਾ ਭਾਂਡਾ ਤਿਆਰ ਕਰ ਲੈਣਾ ਹੈ। ਸਭ ਤੋਂ ਪਹਿਲਾਂ ਗੁਰ ਦਾ ਸ਼ਬਦ, ਇਸ ਦੇ ਵਿੱਚ ਗੁੜ ਕਰਨਾ ਹੈ। ਫਿਰ ਆਪਣੇ ਕਾਮ, ਕ੍ਰੋਧ, ਮੋਹ, ਹੰਕਾਰ ਨੂੰ ਵੀ ਕਟਕੇ ਦੇ ਵਿੱਚ ਹੀ ਪਾ ਦੇ, ਭਾਵ ਇਹਨਾਂ ਤੋਂ ਹੀ ਅੰਮ੍ਰਿਤ ਤਿਆਰ ਕਰ ਲੈਣਾ ਹੈ। ਅਤੇ ਬ੍ਰਹਮ ਅਗਨ, ਗਿਆਨ ਦੀ ਅਗਨ ਜਲਾ ਲੈਣੀ ਹੈ ਵਿੱਚ, ਅਤੇ ਇਹਦੇ ਦੁਆਰਾ ਫਿਰ ਸਾਡੀ ਸੁਖਮਨ ਇਸ ਪਾਸੇ ਪ੍ਰਗਟ ਹੋ ਜਾਏਗੀ। ਅਤੇ ਫਿਰ ਉਸ ਰਸ ਨੂੰ ਆਪਾਂ ਸੁਰਤੀ ਦੁਆਰਾ ਪਿਆਲਾ ਬਣਾ ਕੇ ਉਸ ਰਸ ਨੂੰ ਪੀਣਾ ਹੈ। ਕਿਵੇਂ ਕਰਨਾ ਹੈ? ਆਓ ਸਮਝੀਏ। ਆਪਣੀ ਦ੍ਰਿਸ਼ਟੀ ਜਿਹੜੀ ਹੈ, ਦੋਨੋਂ ਨੇਤਰ ਨੇ ਸਾਡੇ, ਇੱਕ ਸੂਰਜ ਹੈ, ਇਸ ਨੂੰ ਸੂਰਜ ਕਿਹਾ, ਇਸ ਨੂੰ ਚੰਦਰਮਾ ਕਿਹਾ ਹੈ। ਇਹਨਾਂ ਦੋਨਾਂ ਨੂੰ ਹੀ ਆਪਾਂ ਨੇ ਸਭ ਤੋਂ ਪਹਿਲਾਂ ਇਸ ਪੁਆਇੰਟ 'ਤੇ ਸਮ ਕਰਨਾ ਹੈ ਗਿਆਨ ਲੈ ਕੇ। ਅਤੇ ਫਿਰ ਇਹ ਦੇਖਣਾ ਹੈ, ਆਪਣੇ ਆਪ ਨੂੰ ਜਾਣਨਾ ਹੈ। ਪਹਿਲਾਂ ਜਿੱਥੇ ਤੱਕ ਤ੍ਰੈ ਗੁਣਾਂ ਦਾ ਗਿਆਨ ਹੈ, ਜੇ ਇਹ ਦੇਖਣਾ ਹੈ ਕਿ ਸਾਡਾ ਮਨ ਇੱਕ ਦ੍ਰਿਸ਼ਟੀ 'ਚ ਹੈ ਕਿ ਦੋ ਦ੍ਰਿਸ਼ਟੀ 'ਚ ਹੈ। ਇੱਥੇ ਧਿਆਨ ਲਾ ਕੇ ਦੇਖਾਂਗੇ, ਜੇ ਨੱਕ ਨਜ਼ਰ ਆਉਂਦਾ ਹੈ ਦੋ ਦ੍ਰਿਸ਼ਟੀ 'ਚ ਹਾਂ, ਜੇ ਨੱਕ ਨਜ਼ਰ ਨਹੀਂ ਆਉਂਦਾ ਇੱਕ ਦ੍ਰਿਸ਼ਟ ਹਾਂ। ਅਤੇ ਜੇ ਨੱਕ ਨਜ਼ਰ ਆਉਂਦਾ, ਫਿਰ ਇਹ ਦੇਖਣਾ ਹੈ ਕਿ ਕਿਸ ਪਾਸੇ ਤੋਂ ਨਜ਼ਰ ਆਉਂਦਾ ਹੈ, ਕਿਉਂਕਿ ਧਿਆਨ ਦਾ ਪਤਾ ਚੱਲਦਾ ਕਿ ਸਾਡਾ ਧਿਆਨ ਕਿਸ ਪਾਸੇ ਹੈ। ਜੇ ਨੱਕ ਸੱਜੇ ਪਾਸੇ ਨਜ਼ਰ ਆਉਂਦਾ, ਫਿਰ ਆਪਾਂ ਸਮਝ ਸਕਦੇ ਕਿ ਸਾਡਾ ਧਿਆਨ ਸੱਜੇ ਪਾਸੇ ਹੈ, ਸਾਰਾ ਹੀ ਇਸ ਪਾਸੇ ਹੈ। ਜੇ ਨੱਕ ਖੱਬੇ ਪਾਸਿਓਂ ਨਜ਼ਰ ਆਉਂਦਾ, ਫਿਰ ਆਪਾਂ ਸਮਝ ਸਕਦੇ ਕਿ ਸਾਡਾ ਧਿਆਨ ਖੱਬੇ ਹੈ। ਇਸ ਪਾਸੇ ਨੂੰ ਤਮੋ ਗੁਣ ਕਿਹਾ ਹੈ, ਇਸ ਪਾਸੇ ਨੂੰ ਰਜੋ ਗੁਣ ਹੈ। ਜੇ ਸਾਨੂੰ ਨੱਕ ਦੋਨੋਂ ਪਾਸੇ ਤੋਂ ਨਜ਼ਰ ਆਉਂਦਾ, ਫਿਰ ਆਪਾਂ ਸਮਝ ਸਕਦੇ ਕਿ ਸਾਡਾ ਧਿਆਨ ਵਿਚਾਲੇ ਹੈ, ਨਾ ਸੱਜੇ ਜ਼ਿਆਦਾ ਨਾ ਖੱਬੇ। ਇਹ ਸਤੋ ਗੁਣ ਹੈ। ਜੇ ਇੱਕ ਦ੍ਰਿਸ਼ਟ ਹੋਵਾਂਗੇ, ਨੱਕ ਨਜ਼ਰ ਨਹੀਂ ਆਏਗਾ। ਅਤੇ ਇਸ ਤੋਂ ਬਾਅਦ ਗੁਰ ਦਾ ਗਿਆਨ ਹੈ। ਜਦੋਂ ਗੁਰ ਦੇ ਗਿਆਨ ਦੁਆਰਾ ਆਪਾਂ ਚੱਲਾਂਗੇ, ਅਤੇ ਉਹਦੇ ਦੁਆਰਾ ਫਿਰ ਸਾਨੂੰ ਇਹ ਨੱਕ ਜਿਹੜਾ ਇਸ ਪਾਸੇ ਸੁਖਮਨ ਸਾਡੀ ਪ੍ਰਗਟ ਹੋ ਜਾਏਗੀ, ਜਿਹਦੇ ਦੁਆਰਾ ਸਾਨੂੰ ਫਿਰ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋਗਾ। ਬਹੁਤ ਨਿਰਮਲ ਤਾਰ ਸਾਨੂੰ ਇਸ ਪਾਸੇ ਪ੍ਰਗਟ ਹੋ ਜਾਂਦੀ ਉੱਤੋਂ ਦੀ, ਜਿਸ ਨੂੰ ਆਪਾਂ ਦੇਖੀ ਜਾਣਾ ਹੁੰਦਾ ਹੈ। ਦੇਖ ਦੇਖ ਕੇ ਹੀ ਮਨ ਨਿਰਮਲ ਹੋ ਜਾਂਦਾ ਹੈ। ਸੁਣ ਸੁਣ ਮਾਨੈ ਵੇਖੈ ਜੋਤ, ਸੁਣ ਕੇ ਮੰਨ ਕੇ ਇਹ ਜੋਤ ਨੂੰ ਦੇਖਣਾ ਹੁੰਦਾ ਹੈ। ਸੋ ਇਸ ਤਰੀਕੇ ਨਾਲ ਆਪਾਂ ਇਸ ਰਸ ਨੂੰ ਮੰਨ ਸਕਦੇ ਹਾਂ, ਅਤੇ ਹੌਲੀ ਹੌਲੀ ਸਾਰੇ ਪਾਸੇ ਉਹ ਰਸ ਪ੍ਰਗਟ ਹੋ ਜਾਂਦਾ ਹੈ। ਅਤੇ ਆਪਣਾ ਰੂਪ ਅਤੇ ਮਾਲਕ ਦਾ ਰੂਪ ਸਾਹਮਣੇ, ਨਿਰੰਕਾਰ ਇੱਧਰ ਸਾਡਾ ਇਹ ਰੂਪ ਪ੍ਰਗਟ ਹੋ ਜਾਂਦਾ, ਇੱਕ ਹੋ ਜਾਂਦੇ ਹਾਂ। ਅਤੇ ਉੱਥੇ ਆਪਣੇ ਤੇ ਆਪਣੀ ਜੋਤ ਅਤੇ ਪਰਮੇਸ਼ਰ ਦੇ ਵਿੱਚ ਤਨ ਨਹੀਂ, ਮਨ ਜੋਤ ਸਰੂਪ, ਆਪਣਾ ਮਨ ਜੋਤ ਸਰੂਪ ਅਤੇ ਪਰਮੇਸ਼ਰ ਦੋਨਾਂ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ, ਇੱਕ ਰੂਪ ਹੋ ਜਾਂਦੇ ਹਾਂ। ਆਪਾਂ ਖੁਦ ਨੂੰ ਉੱਧਰ ਪਹਿਚਾਣ ਨਹੀਂ ਸਕਦੇ ਕਿ ਮੇਰਾ ਕੋਈ ਹੋਰ ਰੂਪ ਉੱਧਰ ਹੋਰ, ਇੱਕ ਹੋ ਜਾਂਦੇ ਹਾਂ। ਸੋ ਆਓ ਕਰਨਾ ਕੀ ਹੈ, ਆਪਾਂ ਪਹਿਲਾਂ ਇਸ ਪੁਆਇੰਟ 'ਤੇ ਧਿਆਨ ਲਾ ਕੇ ਦੇਖਾਂਗੇ। ਨੱਕ
कि नक नज़र आ रहा कि नहीं आ रहा, जे आ रहा किस पासे तो आ रहा, सज्जे खब्बे या दोनों पासे तो। इतों फिर मैं आप जी ਨੂੰ आवाज़ देवांगा कि ध्यान सामने लेके आओ। इतों आप सामने देखांगे। इतों फिर मैं आप जी ਨੂੰ आवाज़ देवांगा कि ध्यान मस्तक के सामने लै जाओ। आप इतों पलकां उत्ते चुक दांगे। इतों फिर जो मैं कहांगा ध्यान सामने, फिर वापस सामने देखांगे। फिर जो कहांगा नक ते, फिर अपने नक ते सम करके देखांगे। फिर अपने देखांगे जे कोई दो दृष्टि च होए वो उसने देखना हुंदा कि एक दृष्ट हो गया, एक दृष्ट हो गया, उसनूं नक नज़र नहीं आएगा। जाएगा हल्का जिहा इस पासे आ सकदा लैफ्ट साइड तो, एक हल्की जी परछाई जी वो सुखमन साडी प्रगट हो जाती है, लेकिन हाले निर्मल नहीं हुई होंदी। जदों आपां फिर कमावांगे निर्मल हो जाती है। सो आओ देखिए हुण आपां करिए सारे ही जिहड़े कोई नवां जीव है और अपनी दृष्टि नक ते सम करके देखिए कि नक नज़र आउंदा कि नहीं आउंदा, जे आउंदा तां किस पासे तो आउंदा है, सज्जे खब्बे जां दोनों पासे। सामने लेके आइए ध्यान, सामने देखिए। मस्तक दे सामने लै जाइए ध्यान, पलक उत्ते चुक। फिर सामने लेके आइए, सामने देखिए। फिर नक ते सम करके देखिए। नक ते सम करके आपां देखना जे कोई नवां जीव सी किसी दो दृष्टि विच किसी नक दिसदा सी सज्जे खब्बे जां दोनों पासे तो उसने सब तो पहला ये देखना हुंदा कि वो एक दृष्ट हो गया। एक दृष्ट दी की निशानी कि उसनूं अपना नक नज़र आउणों हट गया, जां हल्का जिहा लैफ्ट साइड एक बिल्कुल एक परछाई जी सानूं अनुभव हो सकती है। नीचे ले जाइए ध्यान, बिल्कुल रिलैक्स देखना है नीचे। जो भी कपड़ा वगैरह बिछया उस तो थोड़ा ऊपर देखांगे ते सानूं इत्थे प्रकाश अनुभव होना शुरू होएगा। सानूं इदां अनुभव होगा जिवें कपड़े दे उत्ते एक हलचल लहरां पानी दियां जिवें हुंदियां इदां दी एक हलचल महसूस होगी, अनुभव होएगी, क्योंकि अनुभवी प्रकाश है। एक झिलमिल सानूं अनुभव होनी शुरू होएगी जिसनूं आपां देखी जाना है।
फिर दृष्टि सम करके देखिए अपने आप ਨੂੰ। दृष्टि सम करके देखिए अपने आप ਨੂੰ। अपनी जोत ਨੂੰ देखना है, अपने रूप ਨੂੰ देखना है, अपने मुख ते। फिर नीचे ले जाइए ध्यान। फिर दृष्टि सम करके देखिए अपने आप ਨੂੰ। फिर नीचे ले जाइए ध्यान।
सामने लेके आइए, ध्यान सामने देखिए। मस्तक दे सामने लै जो ध्यान पलक उत्ते चुक।
फिर सामने लेके आइए ध्यान। नीचे ले जाइए ध्यान, ध्यान नीचे ले जाओ, बिल्कुल रिलैक्स। दृष्टि सम करके देखिए अपने आप ਨੂੰ, नेत्र सम करके अपने आप ਨੂੰ देखिए। वाहिगुरु जी का खालसा, वाहिगुरु जी की फतेह। सो गुरु प्यारिओ, इस तरीके दे नाल जद आपां कमा लांगे फिर सानू वो रस प्रकाश प्रगट हो जाएगा, मन नू जोत निर्मल हो जाएगी। लगातार सानू उतार अमृत दी पैंदी नज़र आएगी। फिर सानू पता चलेगा कि किमें भगतां ने इस रस नू प्राप्त किया है, किमें इस रस नू पीता है, किसने पीता है? मन ने। तन तक 9 दरां तक जिहड़े रस ने, ये सारे रस शोशे ने, झूठे ने, फिके ने। ये रस जिहड़ा महारस है, नाम रस है, हर रस है, प्रकाश है, यही असली सच्चा रस है। सो ये सानू मुक्त करवाउंदा है जीवन जी, सानू अपना ही रूप बना लैंदा है। सो आओ प्यारिओ, इन्नी विचार करदे हां बहुत सारियां भुल्लां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।